ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਹਰ ਅਪਡੇਟ ਟਾਈਮ ਤੇ ਮਿਲਦੀ ਰਹੇ। ਅੱਜ ਆਪਾਂ ਜੋ ਬਾਇਓਲੋਜੀ ਦੇ ਲੈਕਚਰਸ ਸਟਾਰਟ ਕੀਤੇ ਹਨ ਜੋ ਤੁਹਾਡੇ ਪੀਟੈਟ ਤੇ ਸੀਟੈਟ ਐਗਜ਼ਾਮਸ ਲਈ ਇੰਪੋਰਟੈਂਟ ਹੈ, ਉਸ ਨੂੰ ਕੰਟੀਨਿਊ ਕਰਾਂਗੇ। ਅੱਜ ਆਪਣਾ ਇਹ ਥਰਡ ਲੈਕਚਰ ਹੋਏਗਾ ਬਾਇਓਲੋਜੀ ਦਾ। ਸਟਾਰਟ ਕਰਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ, ਆਪਾਂ ਨੇ ਲਾਸਟ ਜੋ ਟੌਪਿਕ ਕੀਤੇ ਸੀ ਉਹ ਕ੍ਰੋਮੋਜ਼ੋਮਸ ਕੀਤੇ ਸੀ ਸਟਾਰਟ। ਉਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਨਿਊਕਲੀਇਕ ਐਸਿਡ ਦੀ ਅਤੇ DNA ਦੀ। ਜੋ ਨਿਊਕਲੀਇਕ ਐਸਿਡ ਹੁੰਦੇ ਆ ਇਹ ਸਮਾਲ ਬਾਇਓਮੋਲੀਕਿਊਲ ਹੁੰਦੇ ਆ ਟੂ ਆਲ ਨੋਨ ਫਾਰਮ ਆਫ ਲਾਈਫ, ਜਿਹਦੇ ਵਿੱਚ ਆਪਾਂ ਲਾਈਫ ਨੂੰ ਜਾਣਦੇ ਹਾਂ। ਇੱਕ ਸਮਾਲ ਬਾਇਓਮੋਲੀਕਿਊਲ ਹੁੰਦੇ ਆ। ਇਹ ਕੰਪਲੈਕਸ ਔਰਗੈਨਿਕ ਕੰਪਾਊਂਡ ਹੈ ਜੋ ਮੇਨਲੀ ਸੈਲਸ ਦੇ ਵਿੱਚ ਪਾਏ ਜਾਂਦੇ ਆ। ਔਰਗੈਨਿਕ ਕੰਪਾਊਂਡ ਹੈ, ਯਾਦ ਰੱਖਣਾ ਹੈ, ਜੋ ਕਿਹਦੇ ਵਿੱਚ ਪਾਇਆ ਜਾਂਦਾ ਹੈ? ਸੈਲਸ ਦੇ ਵਿੱਚ ਪਾਇਆ ਜਾਂਦਾ ਹੈ। ਜੋ ਇਹ ਨਿਊਕਲੀਇਕ ਐਸਿਡ ਹੁੰਦਾ ਅੱਗੇ ਦੋ ਟਾਈਪਸ ਦਾ ਹੁੰਦਾ, DNA ਅਤੇ RNA। ਤੁਸੀਂ ਸਭ ਨੇ ਸੁਣਿਆ ਹੋਣਾ DNA ਅਤੇ RNA। ਇਹਨਾਂ ਦੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਫੁੱਲ ਫੋਰਮ। DNA ਦੀ ਫੁੱਲ ਫੋਰਮ ਦੀ ਅਗਰ ਆਪਾਂ ਗੱਲ ਕਰੀਏ ਉਹ ਹੈ ਡੀਓਕਸੀ ਰਾਈਬੋਜ਼ ਨਿਊਕਲੀਇਕ ਐਸਿਡ। ਠੀਕ ਹੈ, Na ਦਾ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ, ਨਿਊਕਲੀਇਕ ਐਸਿਡ। ਔਰ ਇੱਥੇ ਵੀ Na ਸੇਮ ਹੈ, ਫਰਕ ਕਿੱਥੇ ਪੈਂਦਾ? R ਦਾ। R ਦਾ ਹੈ ਰਾਈਬੋਜ਼ ਨਿਊਕਲੀਇਕ ਐਸਿਡ। ਕਲੀਅਰ? ਇਹ ਦੋ ਕੀ ਨੇ? ਫੁੱਲ ਫੋਰਮਸ ਨੇ ਜੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅੱਗੇ ਆਪਾਂ ਇਹਨਾਂ ਨੂੰ ਕੀ ਹੈ ਡਿਸਕਸ ਕਰਦੇ ਹਾਂ ਡਿਟੇਲ ਦੇ ਵਿੱਚ। ਸਟਾਰਟ ਕਰਦੇ ਹਾਂ DNA ਤੋਂ। ਜੋ DNA ਹੈ, DNA ਕੀ ਹੈ? ਇੱਕ ਲੌਂਗ ਚੇਨ ਹੈ ਜੋ ਅਗਰ ਆਪਾਂ ਗੱਲ ਕਰੀਏ ਕੰਪਾਊਂਡ ਹੈ ਜਿਸ ਦੇ ਵਿੱਚ 2 ਚੇਨਸ ਹੈ, ਇਹ ਵਾਲਾ 2, ਜੋ ਕੀ ਹੈ ਇੱਕ ਦੂਜੇ ਦੇ ਅਰਾਊਂਡ ਹੈ ਔਰ ਡਬਲ ਫਾਰਮ ਆਫ ਹੈਲਿਕਸ ਫਾਰਮ ਕਰਦੀਆਂ ਇਸ ਵੇ ਦੇ ਨਾਲ। 2 ਚੇਨਸ ਹੈ ਨਾ, ਕਲੀਅਰ? ਇੱਕ ਇਹ ਕੀ ਕਰਦੇ ਆ, ਜਨੈਟਿਕ ਜੋ ਇੰਸਟਰਕਸ਼ਨ ਹੁੰਦੀ ਹੈ ਉਹਨਾਂ ਨੂੰ ਕੀ ਕਰਦੇ ਆ, ਕੈਰੀ ਕਰਦੇ ਆ, ਨਾਲ ਲੈ ਕੇ ਚੱਲਦੇ ਆ। ਆਪਾਂ ਨੂੰ ਪਤਾ ਆਪਾਂ DNA ਚੈੱਕ ਕੀ ਕਰਵਾਉਂਦੇ ਹਾਂ? ਜੋ ਆਪਣੇ ਪੇਰੈਂਟਸ ਤੋਂ ਜੋ ਜੀਨਸ ਹੈ, ਜਨੈਟਿਕ ਇਨਫੋਰਮੇਸ਼ਨ ਨੂੰ ਕੀ ਕਰਦੇ ਆ, ਕੈਰੀ ਕਰਦੇ ਆ, ਆਪਣੇ ਨਾਲ ਲੈ ਕੇ ਚੱਲਦੇ ਆ। ਅੱਗੇ ਅਗਰ ਮੈਂ ਗੱਲ ਕਰਾਂ, DNA ਕੀ ਹੈ? ਇੱਕ ਮੈਕਰੋ ਮੋਲੀਕਿਊਲ ਹੈ। ਮੈਕਰੋ ਦਾ ਮਤਲਬ ਹੁੰਦਾ ਵੱਡਾ ਮੋਲੀਕਿਊਲ, ਜਿਹਦੇ ਵਿੱਚ ਕੀ ਹੈ ਲਾਰਜ ਨੰਬਰ ਆਫ ਨਿਊਕਲੀਅਰ ਟਾਈਡ ਪ੍ਰੈਜੈਂਟ ਹੈ। ਕੀ ਪ੍ਰੈਜੈਂਟ ਹੈ? ਨਿਊਕਲੀਅਰ ਟਾਈਡ ਕੀ ਨੇ? ਪ੍ਰੈਜੈਂਟ ਨੇ ਇਹਦੇ ਵਿੱਚ। ਦੇਖੋ, ਇਹਦੇ ਵਿੱਚ ਮੇਨਲੀ 3 ਨਿਊਕਲੀਅਰ ਟਾਈਡਸ ਹੁੰਦੇ ਆ। ਇੱਕ ਤਾਂ ਨਾਈਟ੍ਰੋਜਨ ਬੇਸ, ਸ਼ੂਗਰ ਅਤੇ ਫਾਸਫੋਰਡ ਗਰੁੱਪ। ਦੇਖੋ, ਜੋ ਇਸ ਤਰ੍ਹਾਂ ਦੀ ਚੇਨ ਹੈ DNA ਦੀ ਇਸ ਤਰ੍ਹਾਂ ਦੀ ਕੀ ਹੈ ਇੱਕ ਚੇਨ ਬਣਦੀ ਹੈ, ਜਿਹਦੇ ਵਿੱਚ ਅਗਰ ਮੈਂ ਗੱਲ ਕਰਾਂ ਨੀਚੇ ਵਾਲੇ ਨੂੰ ਬੋਲਦੇ ਆ ਨਾਈਟ੍ਰੋਜਨ ਬੇਸ NB। ਐਂਡ ਜੋ ਇਹ ਚੇਨਸ ਹੈ ਇਹਨਾਂ ਵਿੱਚ ਜੋ ਇੱਕ ਹੁੰਦੀ ਹੈ ਉਹ ਸ਼ੂਗਰ ਦੀ ਹੁੰਦੀ ਹੈ ਐਂਡ ਦੂਸਰੀ ਕਿਸ ਦੀ ਹੁੰਦੀ ਹੈ? ਫਾਸਫੇਟ ਦੀ। ਕਲੀਅਰ? ਇਸ ਵੇ ਦੇ ਨਾਲ ਇਹ ਚੇਨ ਹੁੰਦੀ ਹੈ, ਇੱਕ ਸ਼ੂਗਰ ਦੀ ਹੁੰਦੀ ਹੈ, ਦੂਸਰੀ ਫਾਸਫੇਟ ਦੀ ਹੁੰਦੀ ਹੈ, ਅਤੇ ਨੀਚੇ ਵਾਲਾ ਕੀ ਹੁੰਦਾ ਤੁਹਾਡੇ ਕੋਲ? ਨਿਊਕਲੀਅਰ ਬੇਸ ਹੁੰਦਾ। ਇਹ 3 ਨਿਊਕਲੀਅਰ ਟਾਈਡ ਤੋਂ ਕੀ ਬਣਦਾ? DNA ਫਾਰਮ ਹੁੰਦਾ। ਕਲੀਅਰ? ਅੱਗੇ ਆਪਾਂ ਗੱਲ ਕਰਾਂਗੇ ਇਹਨਾਂ ਦੇ ਫੰਕਸ਼ਨਸ ਦੀ। DNA ਦਾ ਮੇਨ ਫੰਕਸ਼ਨ ਕੀ ਹੁੰਦਾ? ਦੇਖੋ, ਇਹਦਾ ਮੇਨ ਕੰਮ ਹੁੰਦਾ ਜਨੈਟਿਕ ਇਨਫੋਰਮੇਸ਼ਨ ਲੈਣਾ ਕੋਡਡ ਫਾਰਮ ਦੇ ਵਿੱਚ। ਦੇਖੋ, ਆਪਾਂ ਆਪਣੇ ਪੇਰੈਂਟਸ ਦੇ ਮੀਨਸ ਜੀਨਸ ਮਿਲਦੇ ਹੁੰਦੇ, ਜੀਨਸ ਟਰਾਂਸਫਰ ਹੁੰਦੇ ਆ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਦੇ ਵਿੱਚ। ਕਲੀਅਰ? ਤਾਂ ਆਪਾਂ ਕੀ ਹੈ ਆਪਣੇ DNA ਨਾਲ ਪੇਰੈਂਟਸ ਮੈਚ ਹੋ ਜਾਂਦਾ, ਮਤਲਬ ਅਗਰ DNA ਸੇਮ ਹੈ ਤਾਂ ਮੀਨਸ ਉਹ ਜੋ ਬੇਬੀ ਹੈ ਉਸ ਪੇਰੈਂਟ ਦਾ ਇਸ ਅਕੋਰਡਿੰਗ ਕੀ ਹੈ DNA ਮੈਚ ਹੋ ਜਾਂਦਾ, ਜੋ ਕੀ ਲੈ ਕੇ ਚੱਲਦਾ? ਜਨੈਟਿਕ ਇਨਫੋਰਮੇਸ਼ਨ ਲੈ ਕੇ ਚੱਲਦਾ। ਅਗਰ ਮੈਂ ਗੱਲ ਕਰਾਂ RNA ਦੀ, RNA ਇੱਕ ਸਿੰਗਲ ਸਟੈਂਡਰਡ ਸਟਰਕਚਰ ਹੁੰਦੀ ਹੈ ਜੋ ਕਿਹਦੇ ਵਿੱਚ ਪ੍ਰੈਜੈਂਟ ਹੁੰਦਾ? ਨਿਊਕਲੀਇਕ ਐਸਿਡ ਦੇ ਵਿੱਚ ਪ੍ਰੈਜੈਂਟ ਹੁੰਦਾ। ਇਸ ਦੇ ਵਿੱਚ ਸਾਰੇ ਕੰਪਾਊਂਡ ਸੇਮ ਹੁੰਦੇ ਆ ਜੋ DNA ਦੇ ਹੁੰਦੇ ਆ। ਓਨਲੀ ਜੋ ਥਾਇਆਮਾਈਨ ਹੁੰਦਾ, ਇਹਦੇ ਵਿੱਚ ਇੱਕ ਕੰਪਾਊਂਡ ਹੁੰਦਾ ਥਾਇਆਮਾਈਨ, ਉਹ ਰਿਪਲੇਸ ਹੋ ਜਾਂਦਾ, ਬਦਲ ਜਾਂਦਾ ਕਿਹਦੇ ਨਾਲ? ਯੂਰਾਸਿਲ ਨਾਲ। ਕਲੀਅਰ?
ਤਾਂ ਇਸ ਵੇ ਦੇ ਨਾਲ ਹੈਗਾ ਸੇਮ ਹੈ ਆਲਮੋਸਟ, ਬਸ ਫਰਕ ਕੀ ਹੈ, ਜੋ ਥਾਇਆਮਾਈਨ ਡੀਐਨਏ 'ਚ ਪ੍ਰੈਜ਼ੈਂਟ ਹੁੰਦਾ ਉਹਨੂੰ ਕੀ ਕੌਣ ਕਨਵਰਟ ਕਰ ਦਿੰਦਾ, ਕੌਣ ਰਿਪਲੇਸ ਕਰ ਦਿੰਦਾ ਹੈ, ਯੂਰਾਸਿਲ ਕਨਵਰਟ ਕਰ ਦਿੰਦਾ ਹੈ। ਕਲੀਅਰ। ਅੱਗੇ ਆਪਾਂ ਡਿਫਰੈਂਸ ਕਰਾਂਗੇ ਤਾਂ ਤੁਹਾਨੂੰ ਸਾਰੇ ਪੁਆਇੰਟਸ ਕੀ ਹੈ ਸਮਝ ਆ ਜਾਣਗੇ ਡਿਟੇਲ ਦੇ ਵਿੱਚ, ਅਤੇ ਡਿਫਰੈਂਸ ਤੁਹਾਡਾ ਬਹੁਤ ਜ਼ਿਆਦਾ ਕੀ ਹੋਊਗਾ, ਇੰਪੋਰਟੈਂਟ ਹੋਊਗਾ। ਦੇਖੋ ਡਿਫਰੈਂਸ ਦੀ ਅਗਰ ਮੈਂ ਗੱਲ ਕਰਾਂ, ਡੀਐਨਏ ਦੀ ਸਭ ਤੋਂ ਪਹਿਲਾਂ ਫੁੱਲ ਫਾਰਮ ਕੀ ਹੈ, ਇਹ ਡਾਈਓਕਸੀਰਾਈਬੋਜ਼ ਨਿਊਕਲੀਅਸ ਦੀ ਟਾਈਪ ਹੈ। ਜੋ ਆਰਐਨਏ ਹੈ ਇਹ ਰਾਈਬੋਜ਼ ਦੀ ਟਾਈਪ ਹੈ, ਆਪਾਂ ਨੇ ਫੁੱਲ ਫਾਰਮ ਕੀਤੀ ਹੈ ਉਸੇ ਦਾ। ਡੀਐਨਏ ਦੇ ਵਿੱਚ ਡਬਲ ਸਟੈਂਡਰਡ ਸਟਰਕਚਰ ਹੁੰਦੀ ਹੈ, ਦੇਖੋ ਡਬਲ ਸਟੈਂਡਰਡ ਹੈ ਇਸ ਵੇ ਦੇ ਨਾਲ। ਆਰਐਨਏ ਦੇ ਵਿੱਚ ਸਿੰਗਲ ਸਟੈਂਡਰਡ ਸਟਰਕਚਰ ਹੁੰਦੀ ਹੈ। ਕਲੀਅਰ। ਜੋ ਡੀਐਨਏ ਮੇਨਲੀ ਨਿਊਕਲੀਅਸ ਦੇ ਵਿੱਚ ਪਾਇਆ ਜਾਂਦਾ ਹੈ, ਜੋ ਆਰਐਨਏ ਹੈ ਇਹ ਨਿਊਕਲੀਅਸ ਤੇ ਕੀਟੋਪਲਾਜ਼ਮਾ ਦੇ ਵਿੱਚ ਪਾਇਆ ਜਾਂਦਾ ਹੈ। ਇਹ ਜੋ ਡਿਫਰੈਂਸ ਦੇ ਪੁਆਇੰਟ ਨੇ ਇਹ ਮੋਸਟ ਇੰਪੋਰਟੈਂਟ ਨੇ, ਇਹਦੇ ਨਾਲ ਕਈ ਵਾਰ ਕੁਐਸਚਨ ਬਣ ਜਾਂਦਾ, ਤੁਹਾਨੂੰ ਕਲੀਅਰ ਹੋਣਾ ਚਾਹੀਦਾ। ਨੈਕਸਟ ਅਗਰ ਮੈਂ ਗੱਲ ਕਰਾਂ, ਇਹਦੇ ਵਿੱਚ ਬੇਸ ਕੀ ਹੁੰਦਾ ਹੈ, ਐਡਾਈਨ ਬੇਸ ਪ੍ਰੈਜ਼ੈਂਟ ਹੁੰਦੇ ਹੈ, ਗੁਆਨਾਈਨ। ਨੈਕਸਟ ਅਗਰ ਮੈਂ ਗੱਲ ਕਰਾਂ, ਥਾਇਆਮਾਈਨ, ਕਿਲਸਾਈਨ, ਇਹ 4 ਬੇਸ ਕੰਟੇਨ ਕਰਦਾ ਕੌਣ, ਡੀਐਨਏ। ਬਟ ਜੋ ਆਰਐਨਏ ਹੈ ਇਹਦੇ ਵਿੱਚ ਜੋ ਆ ਥਾਇਆਮਾਈਨ ਲਿਖਿਆ ਹੋਇਆ ਨਾ, ਇਹਨੂੰ ਕੌਣ ਰਿਪਲੇਸ ਕਰ ਦਿੰਦਾ, ਯੂਰਾਸਿਲ ਕੀ ਕਰ ਦਿੰਦਾ, ਰਿਪਲੇਸ ਕਰ ਦਿੰਦਾ। ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਸੀਗਾ। ਨੈਕਸਟ ਆਪਾਂ ਗੱਲ ਕਰਾਂਗੇ ਮਾਈਟੋਸਿਸ ਐਂਡ ਮਿਊਸਿਸ, ਇਹ 2 ਟਰਮਸ ਹੈ, ਇਹਨਾਂ ਨੂੰ ਡਿਸਕਸ ਕਰਦੇ ਹਾਂ। ਦੇਖੋ ਜੋ ਮਾਈਟੋਸਿਸ ਹੈ ਇਹਦਾ ਮੇਨ ਕੰਮ ਹੁੰਦਾ ਸੈੱਲ ਦੀ ਡਿਵੀਜ਼ਨ ਕਰਨਾ। ਸੈੱਲ ਦੀ ਡਿਵੀਜ਼ਨ ਕਿਵੇਂ ਕਰਾਂਗੇ, ਉਹ ਲਿਵਿੰਗ ਔਰਗੈਨਿਜ਼ਮਸ ਦੀ ਜੋ ਰੀਪਰੋਡਕਸ਼ਨ ਨਾਲ ਪ੍ਰੋਡਿਊਸ ਨਾ ਹੋਏ ਹੋਣ, ਉਹਨਾਂ ਦੀ ਰਿਪੇਅਰ ਕਿਵੇਂ ਕਰਨੀ ਹੈ, ਗਰੋਥ ਕਿਵੇਂ ਹੋਊਗੀ, ਡਿਵੈਲਪਮੈਂਟ ਹੋਊਗੀ, ਇਹਨਾਂ ਸਭ ਦਾ ਧਿਆਨ ਕੌਣ ਰੱਖਦਾ ਹੈ, ਮੀਟੋਸਿਸ। ਕਲੀਅਰ। ਆ ਸੋਮੈਟਿਕ ਸੈੱਲ ਲਿਖਿਆ ਹੋਇਆ ਕਿਹੜੇ ਹੁੰਦੇ ਆ, ਉਹ ਐਨੀ ਸੈੱਲ ਲਿਵਿੰਗ ਔਰਗੈਨਿਜ਼ਮਸ ਦੇ ਜੋ ਰੀਪਰੋਡਕਸ਼ਨ ਤੋਂ ਇਲਾਵਾ ਵਾਲੇ ਹੁੰਦੇ ਆ। ਕਲੀਅਰ। ਇਹਨਾਂ ਦਾ ਸਿਗਨੀਫਿਕੈਂਸ ਕੀ ਹੈ, ਮਿਟੋਸਿਸ ਸੈੱਲ ਨੂੰ ਕੀ ਹੈ, ਇੱਕ ਸੈੱਲ ਨੂੰ ਅੱਗੇ 2 ਡੋਟਰ ਸੈੱਲ ਦੇ ਵਿੱਚ ਕੀ ਕਰ ਦਿੰਦਾ ਹੈ, ਡਿਵਾਈਡ ਕਰ ਦਿੰਦਾ ਹੈ। ਮੰਨ ਲਓ ਆ ਕੋਈ ਸੈੱਲ ਹੈ, ਮਿਟੋਸਿਸ ਦਾ ਕੀ ਕੰਮ ਹੈ, ਇਸ ਦੀ ਡਿਵੀਜ਼ਨ ਕਰਨਾ ਅੱਗੇ 2 ਡੋਟਰ ਸੈੱਲਸ ਦੇ ਵਿੱਚ। ਆ ਜੋ ਸੈੱਲ ਨੇ ਇਹ ਕੀ ਨੇ, ਡੋਟਰ ਸੈੱਲ ਨੇ, ਡੋਟਰ ਸੈੱਲ ਨੇ ਆ ਵੀ ਐਂਡ ਆ ਵੀ। ਕਲੀਅਰ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਕਿ ਮਿਟੋਸਿਸ ਦਾ ਮੇਨ ਕੰਮ ਕੀ ਹੈ। ਨੈਕਸਟ ਅਗਰ ਮੈਂ ਗੱਲ ਕਰਾਂ, ਦੇਖੋ ਅਗਰ ਮਾਈਟੋਸਿਸ ਨੂੰ ਕੰਟਰੋਲ ਨਾ ਕੀਤਾ ਜਾਵੇ, ਅਗਰ ਇਹ ਅਨਕੰਟਰੋਲ ਹੋ ਜਾਣ, ਮਾਈਟੋਸਿਸ ਦੀ ਅਗਰ ਮੈਂ ਗੱਲ ਕਰਾਂ, ਅਗਰ ਇਹ ਅਨਕੰਟਰੋਲ ਹੋ ਜੇ, ਅਨਕੰਟਰੋਲਡ ਹੋ ਜੇ, ਫਿਰ ਕੀ ਹੈ, ਕੁਛ ਡਿਸੀਜ਼ਿਸ ਹੋ ਜਾਂਦੀਆਂ। ਕਿੱਦਾਂ ਦੀਆਂ ਡਿਸੀਜ਼ਿਸ ਹੋ ਜਾਂਦੀਆਂ, ਜਿਵੇਂ ਬ੍ਰੇਨ ਟਿਊਮਰ ਹੋ ਜਾਣਾ, ਕੈਂਸਰ ਹੋ ਜਾਣਾ, ਇਹ ਸਭ ਕਿਹਦੇ ਨਾਲ ਹੁੰਦਾ, ਅਗਰ ਆਪਾਂ ਮਾਈਟੋਸਿਸ ਨੂੰ ਕੀ ਹੈ ਕੰਟਰੋਲ ਨਾ ਕਰ ਪਾਈਏ। ਤਾਂ ਇਹਨਾਂ ਦਾ ਕੰਟਰੋਲ ਦੇ ਵਿੱਚ ਰਹਿਣਾ, ਇਹਨਾਂ ਦੀ ਅਮਾਊਂਟ ਦਾ ਬਹੁਤ ਜ਼ਿਆਦਾ ਕੀ ਹੁੰਦਾ, ਜ਼ਰੂਰੀ ਹੁੰਦਾ। ਨੈਕਸਟ ਆਪਾਂ ਗੱਲ ਕਰਦੇ ਹਾਂ ਮਾਇਓਸਿਸ ਦੀ। ਦੇਖੋ ਇਹਨਾਂ ਦਾ ਕੀ ਕੰਮ ਹੈ, ਸੈੱਲ ਦੀ ਡਿਵੀਜ਼ਨ ਕਰਨਾ, ਬਟ ਕਿਹਦੇ ਵਿੱਚ, ਇਨ ਰੀਪਰੋਡਕਸ਼ਨ ਸੈੱਲ ਦੇ ਵਿੱਚ, ਜਿਨ੍ਹਾਂ ਨੂੰ ਆਪਾਂ ਕੀ ਕਰ ਸਕਦੇ ਹਾਂ, ਰੀਪਰੋਡਿਊਸ ਕਰ ਸਕਦੇ ਹਾਂ। ਇਹਨਾਂ ਦਾ ਮੇਨਲੀ ਜੋ ਡਿਵੀਜ਼ਨ ਹੁੰਦੀ ਹੈ ਕੀ ਫੋਰਮੇਸ਼ਨ ਲਈ ਹੁੰਦੀ ਹੈ, ਓਵਾ ਅਤੇ ਸਪਰਮ ਦੇ ਵਿੱਚ ਜੋ ਜਮੈਟਿਕਸ ਦੀ ਫੋਰਮੇਸ਼ਨ ਕਰਨਾ। ਕਲੀਅਰ। ਹੁਣ ਅੱਗੇ ਆਪਾਂ ਗੱਲ ਕਰਾਂਗੇ ਹੈਰੀਡਿਟੀ ਦੀ। ਦੇਖੋ ਹੈਰੀਡਿਟੀ ਕੀ ਹੁੰਦਾ, ਜੋ ਕਾਫੀ ਇੱਕ ਕਰੈਕਟਰ ਜੋ ਜਨਰੇਸ਼ਨ ਟੂ ਜਨਰੇਸ਼ਨ ਚੱਲਦਾ ਆ ਰਿਹਾ, ਕਿਸੇ ਕਰੈਕਟਰ ਦਾ ਟਰਾਂਸਫਰ ਹੋ ਜਾਣਾ ਇੱਕ ਜਨਰੇਸ਼ਨ ਤੋਂ ਅਗਲੀ ਜਨਰੇਸ਼ਨ ਦੇ ਵਿੱਚ। ਕਈਆਂ ਦੇ ਵਿੱਚ ਕੋਈ ਤਰ੍ਹਾਂ ਦਾ ਹੁੰਦੀ ਹੈ, ਮੀਨਸ ਅਗਰ ਮੈਂ ਗੱਲ ਕਰਾਂ, ਆਪਾਂ ਕਹਿ ਨਹੀਂ ਦਿੰਦੇ ਤਾਂ ਹੈਰੀਡਿਟੀ ਹੈ। ਜਿਵੇਂ ਹਾਈਟ ਦਾ, ਜ਼ਿਆਦਾ ਲੰਬੀ ਹਾਈਟ ਹੋਣਾ ਆਪਾਂ ਕਹਿ ਦਿੰਦੇ ਹਾਂ ਹੈਰੀਡਿਟੀ ਹੈ, ਵੀ ਲੰਬੀ ਹਾਈਟ ਹੀ ਹੁੰਦੀ ਹੈ। ਜਾਂ ਕੋਈ ਡਿਸੀਜ਼ਿਸ ਦਾ, ਜਿਵੇਂ ਡਾਇਬਟੀਜ਼ ਵਗੈਰਾ, ਇਹ ਸਭ ਕੀ ਹੁੰਦੀਆਂ ਨੇ, ਜੋ ਹੈਰੀਡਿਟੀ ਹੈ, ਇੱਕ ਕਰੈਕਟਰ ਜੋ ਇੱਕ ਜਨਰੇਸ਼ਨ ਤੋਂ ਅਗਲੀ ਜਨਰੇਸ਼ਨ ਦੇ ਵਿੱਚ ਕੀ ਹੁੰਦਾ ਰਵੇ, ਟਰਾਂਸਫਰ ਹੁੰਦਾ ਰਵੇ, ਉਹਨੂੰ ਕੀ ਕਹਿ ਦਿੰਦੇ ਹਾਂ ਆਪਾਂ, ਹੈਰੀਡਿਟੀ ਕਹਿ ਦਿੰਦੇ ਹਾਂ। ਨੈਕਸਟ ਆਪਾਂ ਗੱਲ ਕਰਾਂਗੇ ਜੈਨੇਟਿਕਸ ਦੀ। ਦੇਖੋ ਜੈਨੇਟਿਕਸ ਕੀ ਹੁੰਦਾ, ਹੈਰੀਡਿਟੀ ਦਾ ਟਰਾਂਸਫਰ ਹੋ ਜਾਣਾ ਕਰੈਕਟਰ ਦਾ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ। ਹੁਣ ਕੋਈ ਤਾਂ ਟਰਾਂਸਫਰ ਕਰਦਾ, ਕੌਣ ਟਰਾਂਸਫਰ ਕਰਦਾ, ਜੈਨੇਟਿਕਸ। ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਜੈਨੇਟਿਕਸ ਕਿਹਨਾਂ ਨੇ ਡਿਸਕਵਰ ਕੀਤਾ ਸੀ, ਕਿਹਨਾਂ ਨੇ ਵਰਡ ਲਿਆ ਸੀ, ਡਬਲਿਊ ਵੈਟਸਨ ਨੇ 1905 ਦੇ ਵਿੱਚ। ਤਾਂ ਇੰਪੋਰਟੈਂਟ ਹੋ ਜਾਂਦਾ ਜੈਨੇਟਿਕਸ ਦੀ ਸਭ ਤੋਂ ਪਹਿਲਾਂ ਗੱਲ ਕਿਹਨਾਂ ਨੇ ਕੀਤੀ ਸੀਗੀ। ਨੈਕਸਟ ਅਗਰ ਮੈਂ ਗੱਲ ਕਰਾਂ, ਦੇਖੋ ਜਾਰਜ ਜੌਨ ਮੈਂਡਲੇ ਨਾਮ ਦੇ ਇੱਕ ਸਾਇੰਟਿਸਟ ਹੋਏ ਸੀ, ਜਿਨ੍ਹਾਂ ਨੇ ਫਸਟ ਐਕਸਪੈਰੀਮੈਂਟ ਕੀਤਾ ਸੀ ਹੈਰੀਡਿਟੀ ਬੇਸ 'ਤੇ।
ਕਿੰਨੇ ਕਿਹੜੇ ਈਅਰ 'ਚ ਕੀਤਾ ਸੀ 1822 ਟੂ 24 ਦੇ ਵਿੱਚ ਇੱਕ ਐਕਸਪੈਰੀਮੈਂਟ ਕੀਤਾ ਸੀ। ਉਹਨਾਂ ਨੇ ਆਈਡੀਆ ਲਿਆ ਸੀ ਕਿਸ ਦਾ, ਹੈਰੀਡਿਟੀ ਦਾ। ਨਾਮ ਕੀ ਸੀ, ਜਾਰਜ ਜੌਨ ਮੈਂਡਲੇ। ਇਸੇ ਲਈ ਫਾਦਰ ਆਫ ਜੈਨੇਟਿਕਸ ਕਿਹਨਾਂ ਨੂੰ ਕਿਹਾ ਜਾਂਦਾ ਹੈ, ਜਾਰਜ ਜੌਨ ਮੈਂਡਲੇ। ਇੰਪੋਰਟੈਂਟ ਹੈ ਇਹ ਸਾਇੰਟਿਸਟ ਦਾ ਨਾਮ, ਤੁਹਾਨੂੰ ਡਾਇਰੈਕਟ ਕੁਐਸਚਨ ਬਣ ਸਕਦਾ ਹੈ ਕਿ ਫਾਦਰ ਆਫ ਜੈਨੇਟਿਕਸ ਕਿਹਨਾਂ ਨੂੰ ਕਿਹਾ ਜਾਂਦਾ ਹੈ। ਤੁਹਾਨੂੰ ਯਾਦ ਰੱਖਣਾ ਜਾਰਜ ਜੌਨਸ ਮੈਂਡਲੇ। ਅੱਗੇ ਅਗਰ ਮੈਂ ਗੱਲ ਕਰਾਂ ਮੈਂਡਲੇ ਨੇ ਕੀ ਕੀਤਾ ਸੀ, ਦੇਖੋ ਇਹਨਾਂ ਨੇ ਕਿਵੇਂ ਡਿਸਕਵਰੀ ਕੀਤੀ, ਕੀ ਐਕਸਪੈਰੀਮੈਂਟ ਕੀਤਾ ਸੀ, ਉਸ ਬਾਰੇ ਪੜ੍ਹਾਂਗੇ। ਇਹਨਾਂ ਨੇ ਇੱਕ ਕ੍ਰੋਸ ਪੋਲੀਨੇਸ਼ਨ ਕੀਤੀ ਸੀਗੀ ਬਿਟਵੀਨ ਦੋ ਪਿਓਰ ਪਲਾਂਟ ਲਏ ਸੀ। ਉਹਨਾਂ ਦੇ ਕਰੈਕਟਰਸ ਨੂੰ ਕੰਟਰਾਸਟ ਕੀਤਾ ਸੀ। ਇੱਕ ਸਿੰਗਲ ਟ੍ਰੇਡ ਦੇ ਵਿੱਚ ਲੈ ਗਏ, ਟ੍ਰੇਡ ਇਹ ਵਾਲਾ ਟ੍ਰੇਡ ਨਹੀਂ, ਇੱਥੇ ਟ੍ਰੇਡ ਵਾਲਾ, ਹਾਂਜੀ ਸਿੰਗਲ ਟ੍ਰੇਟ ਲਿਆ ਸੀ ਜਿਸ ਨੂੰ ਕੀ ਕਿਹਾ ਜਾਂਦਾ ਹੈ, ਮੋਨੋਹਾਈਬ੍ਰਿਡ ਕਿਹਾ ਜਾਂਦਾ ਹੈ। ਦੇਖੋ ਹੁਣ ਸਮਝਦੇ ਹਾਂ ਮੋਨੋਹਾਈਬ੍ਰਿਡ ਕੀ ਚੀਜ਼ ਸੀ। ਸਭ ਤੋਂ ਪਹਿਲਾਂ ਇਹਨਾਂ ਨੇ ਕਿਹੜੇ ਪਲਾਂਟ 'ਤੇ ਕੀਤਾ ਸੀ, ਮੋਸਟ ਇੰਪੋਰਟੈਂਟ ਕੁਐਸਚਨ, ਪੀ ਦਾ ਪਲਾਂਟ ਲਿਆ ਸੀ, ਮਤਲਬ ਮਟਰ ਦਾ ਪਲਾਂਟ ਲਿਆ ਸੀ, ਪੀ ਪਲਾਂਟ ਲਿਆ ਸੀ। ਪੀ ਪਲਾਂਟ ਮੀਨਸ ਮਟਰ ਦਾ ਪਲਾਂਟ। ਇਹਨਾਂ ਨੇ ਕੀ ਕੀਤਾ, ਇੱਕ ਤਾਂ ਟੌਲ ਪਲਾਂਟ ਲੈ ਲਿਆ, ਟੌਲ ਪਲਾਂਟ ਜੋ ਲੰਬਾ ਸੀ। ਇੱਕ ਇਹਨਾਂ ਨੇ ਲੈ ਲਿਆ ਡਵਾਰਫ ਪਲਾਂਟ ਮੀਨਸ ਜੋ ਸ਼ਾਰਟ ਪਲਾਂਟ ਹੁੰਦਾ, ਸ਼ਾਰਟ ਲਿਖ ਲੈਂਦੀ ਹਾਂ ਮੈਂ, ਸ਼ਾਰਟ ਪਲਾਂਟ। ਕਲੀਅਰ। ਇਹਨਾਂ ਨੂੰ ਕੀ ਕੀਤਾ, ਆਪਸ ਦੇ ਵਿੱਚ ਇਹਨਾਂ ਦੀ ਕੀ ਕਰਤੀ, ਕ੍ਰੋਸ ਪੋਲੀਨੇਸ਼ਨ। ਜਿਵੇਂ ਇਹ ਟੀ ਵਾਲੇ ਨੇ, ਇਹ ਸਮੋਲ ਟੀ ਵਾਲੇ ਲਿਖ ਲਏ ਮੈਨੇ, ਇਸ ਤਰ੍ਹਾਂ ਨਾਲ ਇਹਨਾਂ ਦੀ ਕੀ ਕੀਤੀ, ਕ੍ਰੋਸ ਪੋਲੀਨੇਸ਼ਨ। ਇਹ ਉਹ ਵਾਲੇ ਪਲਾਂਟ ਨੇ ਸ਼ਾਰਟ ਪਲਾਂਟ ਜਿਨ੍ਹਾਂ ਦੀ ਅੱਗੇ ਵਧਣ ਦੀ ਸੰਭਾਵਨਾ ਨਹੀਂ ਹੁੰਦੀ, ਮੀਨਸ ਇੱਕ ਲਿਮਿਟਡ ਤੱਕ ਕੀ ਹੁੰਦੇ ਨੇ, ਇਹ ਵੱਧ ਜਾਂਦੇ ਨੇ। ਜਦੋਂ ਇਹਨਾਂ ਦੀ ਕ੍ਰੋਸ ਪੋਲੀਨੇਸ਼ਨ ਕੀਤੀ ਗਈ, ਕ੍ਰੋਸ ਪੋਲੀਨੇਸ਼ਨ ਕੀਤੀ ਆਪਸ ਦੇ ਵਿੱਚ, ਕ੍ਰੋਸ ਪੋਲੀਨੇਸ਼ਨ ਕੀਤੀ ਤਾਂ ਜਿੰਨੇ ਵੀ ਸਾਰੇ ਪਲਾਂਟ ਸੀ ਉਹ ਓਲ ਕੀ ਆ ਗਏ, ਟੌਲ ਆ ਗਏ, ਓਲ ਆਰ ਟੋਲ। ਜਿੰਨੇ ਵੀ ਪਲਾਂਟਸ ਮਤਲਬ ਅੱਗੇ ਫੋਮ ਹੋਏ ਉਹ ਸਾਰੇ ਫੋਮ ਕਿਹੜੇ ਹੋ ਗਏ, ਟੌਲ। ਮੀਨਸ ਜੋ ਉਹਨਾਂ ਦੀ ਫਸਟ ਜਨਰੇਸ਼ਨ ਬਣੀ ਉਹ ਕਿਹੜੀ ਬਣ ਰਹੀ ਸੀ, ਇਸ ਵੇ ਦੇ ਨਾਲ। ਮੀਨਸ ਉਹਨਾਂ ਦੇ ਕੁਛ ਟ੍ਰੇਟਸ ਕੀ ਆ ਗਏ, ਉਹਨਾਂ ਦੇ ਵਿੱਚ ਆ ਗਏ ਸੀਗੇ। ਕਲੀਅਰ ਹੋਇਆ। ਅੱਗੇ ਆਪਾਂ ਕ੍ਰੋਸ ਪੋਲੀਨੇਸ਼ਨ ਦੀ ਡੈਫੀਨੇਸ਼ਨ ਦੇਖਦੇ ਹਾਂ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਚੁੱਕਿਆ। ਨੈਕਸਟ ਅਗਰ ਮੈਂ ਗੱਲ ਕਰਾਂ ਕ੍ਰੋਸ ਪੋਲੀਨੇਸ਼ਨ ਦੀ, ਦੇਖੋ ਸਮ ਪਲਾਂਟਸ ਨੀਡ ਟੂ ਹੈਵ ਪੋਲਰ, ਉਹਨਾਂ ਨੂੰ ਕੁਝ ਪੋਲਰਸ ਦੀ ਜ਼ਰੂਰਤ ਹੁੰਦੀ ਹੈ ਜੋ ਸਪਰੈਡ ਹੁੰਦੇ ਨੇ ਇੱਕ ਫਲਾਵਰ ਤੋਂ ਦੂਸਰੇ ਫਲਾਵਰ 'ਤੇ ਤੱਕ। ਉਸਨੂੰ ਕੀ ਬੋਲਿਆ ਜਾਂਦਾ ਹੈ, ਰੀਪਰੋਡਕਸ਼ਨ। ਮੀਨਸ ਕੁਝ ਪਲਾਂਟਸ ਦੇ ਵਿੱਚ ਜਦੋਂ ਪੋਲਨ ਅਗਰ ਮੈਂ ਗੱਲ ਕਰਾਂ ਸਪਰੈਡ ਹੋਣ ਇੱਕ ਫਲਾਵਰ ਤੋਂ ਦੂਸਰੇ ਫਲਾਵਰ ਤੱਕ, ਉਸਨੂੰ ਕੀ ਕਿਹਾ ਜਾਂਦਾ ਹੈ, ਰੀਪਰੋਡਕਸ਼ਨ ਕਿਹਾ ਜਾਂਦਾ ਹੈ, ਕ੍ਰੋਸ ਪੋਲੀਨੇਸ਼ਨ ਕਿਹਾ ਜਾਂਦਾ ਹੈ। ਅੱਗੇ ਅਗਰ ਮੈਂ ਗੱਲ ਕਰਾਂ, ਦੇਖੋ ਹੁਣ ਸੈਕਿੰਡ ਜਨਰੇਸ਼ਨ ਦੀ ਅਗਰ ਆਪਾਂ ਗੱਲ ਕਰੀਏ, ਸੈਕਿੰਡ ਜਨਰੇਸ਼ਨ ਦੇ ਵਿੱਚ ਕੀ ਹੋਊਗਾ, ਸੈਲਫ ਪੋਲੀਨੇਸ਼ਨ ਹੋਊਗੀ। ਇਹ ਤੁਸੀਂ ਪਲਾਂਟਸ ਵਾਲੇ ਦੇ ਵਿੱਚ ਕੀਤਾ ਹੋਣਾ ਪੋਲੀਨੇਸ਼ਨ, ਮੈਨੇ ਵੀ ਕਰਵਾਇਆ ਹੋਣਾ ਤੁਹਾਨੂੰ। ਸੈਲਫ ਪੋਲੀਨੇਸ਼ਨ ਦੇ ਵਿੱਚ ਦੇਖੋ ਕੀ ਹੁੰਦਾ ਹੈ, ਅਗਰ ਮੈਂ ਇੱਥੇ ਟਰਾਈ ਕਰਾਂ ਬਣਾਉਣ ਦੀ, ਹਾਂਜੀ 25% ਕੀ ਹੋਣਗੇ, ਟਾਲ ਹੋਣਗੇ, 25% ਕੀ ਹੋਣਗੇ, ਟਾਲ ਦੋਨੋਂ ਟੀ ਐਂਡ 25% ਕੀ ਹੋਣਗੇ, ਡਵਾਰਫ ਮੀਨਸ ਜੋ ਸ਼ਾਰਟ ਵਾਲੇ ਸੀਗੇ, ਇੱਦਾਂ ਇਸ ਵੇ ਦੇ ਨਾਲ। ਔਰ ਜੋ 50% ਰਹਿ ਗਏ ਉਹ ਕਿਹੜੇ ਹੋਣਗੇ, 50% ਟਾਲ ਕੀ ਮੀਨਸ ਹਾਈਬ੍ਰਿਡ ਹੋਣਗੇ, ਜੋ ਟਾਲ ਵੀ ਹੋਣਗੇ ਅਤੇ ਸ਼ਾਰਟ ਵੀ ਹੋਣਗੇ, ਦੋਨਾਂ 'ਚ ਆ ਜਾਣਗੇ, ਦੋਨੋਂ ਆ ਗਏ ਹਾਈਬ੍ਰਿਡ ਦਾ ਮਤਲਬ। ਤਾਂ ਜੋ ਜੈਨੋਟਿਪ ਰੇਸ਼ੋ ਹੋਗੀ, ਜੋ ਜੈਨੋਟਾਈਪਿਕ ਰੇਸ਼ੋ ਹੋਗੀ ਉਹ ਕਿੰਨੀ ਹੋ ਜੂਗੀ, 1:2:1। ਇਸ ਵੇ ਦੇ ਨਾਲ ਕੀ ਬਣ ਜੂਗੀ, ਇਹਨਾਂ ਦੀ ਰੇਸ਼ੋ ਬਣ ਜੂਗੀ। ਆਈ ਹੋਪ ਤੁਹਾਨੂੰ ਇਹ ਕੀ ਹੈ, ਕਲੀਅਰ ਹੋ ਚੁੱਕਿਆ ਕੰਸੈਪਟ, ਅਤੇ ਇਸ ਦੇ ਵਿੱਚ ਕੀ ਹੈ ਕੋਈ ਵੀ ਤੁਹਾਨੂੰ ਡਾਊਟ ਨਹੀਂ ਰਿਹਾ ਹੋਣਾ। ਅੱਗੇ ਅਗਰ ਮੈਂ ਗੱਲ ਕਰਾਂ ਨੈਕਸਟ ਦੀ, ਤਾਂ ਦੇਖੋ ਅਗਰ ਆਪਾਂ ਸੈਕਸ ਡਿਟਰਮੀਨੇਸ਼ਨ ਹਿਊਮਨਸ ਦੀ ਗੱਲ ਕਰੀਏ, ਅਗਰ ਆਪਾਂ ਗੱਲ ਕਰੀਏ ਹਿਊਮਨਸ ਦੀ, ਤਾਂ ਹਿਊਮਨਸ ਦੇ ਵਿੱਚ ਦੇਖੋ ਕਿੱਦਾਂ ਹੁੰਦਾ ਹੈ, ਜੋ ਕ੍ਰੋਮੋਜ਼ੋਮਸ ਨੇ ਫੀਮੇਲ ਦੇ ਵਿੱਚ, ਅਗਰ ਮੈਂ ਕ੍ਰੋਮੋਜ਼ੋਮਸ ਦੀ ਗੱਲ ਕਰਾਂ ਉਹ ਹੁੰਦੇ ਆ XX, ਅਤੇ ਅਗਰ ਮੈਂ ਮੇਲ ਦੇ ਵਿੱਚ ਕ੍ਰੋਮੋਜ਼ੋਮਸ ਦੀ ਗੱਲ ਕਰਾਂ ਉਹ ਹੁੰਦੇ ਆ XY। ਕਲੀਅਰ। ਆਪਾਂ ਨੂੰ ਪਤਾ ਹੈ ਅਗਰ ਫੀਮੇਲ ਦੀ ਗੱਲ ਕਰੀਏ ਤਾਂ ਕ੍ਰੋਮੋਜ਼ੋਮ XX ਹੁੰਦੇ ਆ, ਔਰ ਮੇਲ ਦੀ ਅਗਰ ਆਪਾਂ ਗੱਲ ਕਰੀਏ ਤਾਂ XY ਹੁੰਦੇ ਆ। ਜੋ ਅੱਗੇ ਇਹ ਨੇ XX ਅਤੇ XY ਜੋ ਕਿ ਨੇ ਪੇਰੈਂਟਸ ਨੇ। ਕਲੀਅਰ। ਅੱਗੇ ਇਹ ਜਮੇਟ ਕਰਨਗੇ, ਇਹ ਦੋ 'ਚ ਬ੍ਰੇਕ ਹੋ ਗਿਆ, X ਅਤੇ X,
ਸਿਮਿਲਰਲੀ ਇਹ ਕੀ ਅੱਗੇ 2 'ਚ ਜਮੇਟ ਹੋ ਗਿਆ x ਤੇ y, ਇਹ ਕੀ ਹੋ ਗਏ 50-50% ਹੋ ਗਏ। ਅਗਰ ਮੈਂ ਗੱਲ ਕਰਾਂ ਇਹ ਕੀ ਹੋ ਗਏ 50-50% ਹੋ ਗਏ ਚਾਰੋਂ। ਡਿਵੀਜ਼ਨ ਇਹਨਾਂ ਦੀ ਹੋ ਗਈ ਕ੍ਰੋਮੋਜ਼ੋਮਸ ਦੀ, ਜੋ XY ਤੇ XX ਸੀ। ਅੱਗੇ ਅਗਰ ਮੈਂ ਗੱਲ ਕਰਾਂ ਇਹਨਾਂ ਦੇ ਆਫ ਸਪਰਿੰਗਸ ਦੀ, ਇਹ ਜਮੇਟ ਸੀਗੇ। ਅੱਗੇ ਜਦੋਂ ਇਹ ਡਿਵੀਜ਼ਨਸ ਹੋਣਗੀਆਂ, ਦੇਖੋ ਹੁਣ ਫੀਮੇਲ ਦਾ X ਤੇ ਮੇਲ ਦਾ X ਦੋਨੋਂ ਮਿਲੇ। ਅੱਗੇ ਫੀਮੇਲ ਦਾ X ਔਰ ਮੇਲ ਦਾ Y ਇਹ ਵੀ ਮਿਲੇ। ਇਹ ਮੀਨਸ ਇੱਥੇ ਕੀ ਆ ਗਿਆ, ਸੌਰੀ XY, ਇੱਧਰ ਕੀ ਆ ਗਿਆ XX, ਇਸ ਵੇ ਦੇ ਨਾਲ। ਜਾਂ ਫਿਰ ਅਗਰ ਆਪਾਂ ਗੱਲ ਕਰੀਏ ਇਹ ਵਾਲਾ X ਫੀਮੇਲ ਦਾ ਔਰ ਇੱਧਰੋਂ ਮੇਲ ਦਾ Y, XY ਹੋ ਗਿਆ। ਸਿਮਿਲਰਲੀ ਫੀਮੇਲ ਦਾ X ਔਰ ਮੇਲ ਦਾ X ਦੋਨੋਂ ਕੀ ਹੋ ਗਏ XX ਵਾਲੇ ਹੋ ਗਏ। ਆਈ ਹੋਪ ਤੁਹਾਨੂੰ ਸਮਝ ਆ ਰਿਹਾ ਹੁਣ ਅਗਰ ਮੈਂ ਗੱਲ ਕਰਾਂ, ਦੇਖੋ ਜੋ XX ਹੈ ਕੀ ਰਿਪਰਜੈਂਟ ਕਰਦਾ, ਜੋ ਆਫ ਸਪਰਿੰਗ ਨੇ। ਮੀਨ ਆਫ ਸਪਰਿੰਗਸ ਦਾ ਮਤਲਬ ਹੁੰਦਾ ਬੱਚੇ, तो जो अगे बच्चे XX का मतलब होना फीमेल होना या गर्ल होना। XY की अगर मैं गल करा तो मेल। सिमिलरली इधर XY की गल करिए तो मेल, XX की गल करा तो फीमेल। ये सारे की ने क्रोमोजोम ने। क्लीयर। इस वे दे नाल इन्हां दी की हो जाती है, पेयरिंग हो जाती है। मैं कल भी दस्या सी ह्यूमन दे विच अगर आप गल करिए, ह्यूमन दे विच ईच सैल, हरेक सैल किन्ने कंटेन करता है क्रोमोजोम 46 क्रोमोजोम की करता है, कंटेन करता है। क्लीयर होया? आई होप तुहानू समझ आ चुका है। नैक्सट आप गल करांगे टर्म्स दियां। ये कुछ टर्म्स ने जो इंपॉर्टेंट ने, तो ध्यान नाल करियो, एग्जाम पॉइंट ऑफ व्यू तो इंपॉर्टेंट ने। सब तो पहले आप गल करांगे ऑर्गैनिक इवैल्यूएशन दी। देखो ऑर्गैनिक इवैल्यूएशन का की मतलब है, देखो ज़्यादा तो ज़्यादा क्रिएशनस ने ऑर्गेनिजम्स दियाँ। ऑर्गेनिजम्स दियाँ की ने ज़्यादा तो ज़्यादा क्रिएशनस ने, बट कुछ ना कुछ चेंज होंदा है। कैटेगरीज़ के अकॉर्डिंग देखिए, जिमें एनीमल्स ने, एनीमल्स की अगर मैं कैटेगरीज़ देखा तो वो अलग अलग ने। कुछ की ने जो मैमल्स ने, कुछ की ने रैप्टाइल्स ने, कुछ की ने जो हंटिंग वाले ने, मीनस कुछ ओमनीवोर्स ने। उस वे दे नाल अगर आप गल करिए तो कुछ ना कुछ चेंज है। एनीमल्स दी अलग अलग कैटेगरीज़ ने जिन्होंने आप की बोलते हैं ऑर्गैनिक इवैल्यूएशन बोलिया जाता है इस टर्म नू। क्लीयर होया? नैक्सट आप गल करांगे होमोलोगस ऑर्गन। देखो ये जो ऑर्गैनिक इवैल्यूएशन है ना, अगे 3 कैटेगरीज़ दे डिवाइड है। मैं पहले दसदा, ऑर्गैनिक इवैल्यूएशन दियाँ 3 कैटेगरीज़ है। एक तो है एनालोगस ऑर्गन, सैकेंड वन इज़ होमोलोगस एंड थर्ड वन इज़ फॉसिल्स। हुण आपां इन्हां तिन्नां दी की करांगे टर्म्स दी गल करांगे। ये जो टॉपिक हो गया फिर आप बॉटनी स्टार्ट करांगे। क्लीयर? अगर तुहाडा इस इन्हां टॉपिक्स दे विच कोई बायो च डाउट हुंदा तो तुसीं कमेंट करके मैनूं पुछ सकदे हो। अगे कंटिन्यू करते हैं आप एनालॉग। पहला होमोलोगस ऑर्गन है। होमोलोगस ऑर्गन देखो, ऑर्गन विच आर सी डिफरेंट, जो देखण दे विच तां अलग अलग लगन, पर जो उन्हां दी इंटरनल स्ट्रक्चर है, इट्स स्ट्रक्चर मीनस इंटरनल स्ट्रक्चर, जो उन्हां दी अंदरली स्ट्रक्चर है वो की होवे सेम। होमो का मतलब की हुंदा सेम। जो ऑर्गनस दिखते की ने अलग अलग ने, बट उन्हां दी इंटरनली जो स्ट्रक्चर है, बनतर है, वो की होवे सेम होवे। उन्हां दी जिहड़ी बनतर है उहनूं आपां की बोलदे आ होमोलोगस ऑर्गन। जिवें पा ऑफ कैट दा पंजा ते हैंड्स ऑफ ह्यूमन दे हथ। देखो हैगे तो दिखते तो अलग अलग ने, पर जो इन्हां दी बनतर है, अंदरली बनतर है, वो की हुंदी है सेम हुंदी है। क्लीयर? नैक्सट अगर मैं गल करा एनालोगस दी, देखो एनालोगस की हुंदे है ऑर्गन जो लुक सिमिलर, मतलब दिखते सेम ने, बट उन्हां दी जो स्ट्रक्चर है वो की होवे डिफरेंट होवे, अलग अलग स्ट्रक्चर्स होणगियां, उन्हां नूं आपां की बोल दिंदे आ एनालोगस। जिवें फर्दर ऑफ बटरफ्लाई दे पंख ने, वो अलग अलग होंदे ने पर दिखते तो सेम ने ना। फीदर है, सॉरी इत्थे फीचर लिखा है, फीदर कर लो, फीदर ऑफ बटरफ्लाई।
ਬਟਰਫਲਾਈ ਦੇ ਪੰਖ ਲੱਗਦੇ ਆਪਾਂ ਨੂੰ ਕੀ ਨੇ, ਸਾਰੇ ਸੇਮ ਨੇ, ਬਟ ਹੁੰਦੇ ਕੀ ਨੇ, ਅਲੱਗ-ਅਲੱਗ ਨੇ। ਨੈਕਸਟ ਹੈ ਬੈਟ ਐਂਡ ਬਰਡਸ ਲੁੱਕਸ ਸਿਮਿਲਰ ਬਟ ਇਟਸ ਇੰਟਰਨਲ ਸਟਰਕਚਰ ਇਜ਼ ਡਿਫਰੈਂਟ। ਬੈਟ ਹੁੰਦੇ ਆ ਇੱਕ, ਤੁਸੀਂ ਦੇਖੀ ਹੋਣੀ, ਆਈ ਥਿੰਕ ਚਮਗਾਦੜ ਬੋਲਦੇ ਆ ਪੰਜਾਬੀ 'ਚ, ਅਤੇ ਬਰਡ, ਇਹਨਾਂ ਸਭ ਦੇ ਜੋ ਦਿਖਦੇ ਕੀ ਨੇ, ਸਾਰੇ ਸੇਮ ਪੰਛੀ ਦਿਖਦੇ ਨੇ, ਬਟ ਜੋ ਇਹਨਾਂ ਦੀ ਸਟਰਕਚਰ ਹੁੰਦੀ ਹੈ, ਅੰਦਰਲੀ ਬਣਤਰ ਹੁੰਦੀ ਹੈ, ਉਹ ਕੀ ਹੁੰਦੀ ਹੈ, ਅਲੱਗ-ਅਲੱਗ ਹੁੰਦੀ ਹੈ। ਦੇਖੋ ਜੋ ਤਾਂ ਦਿਖਦੇ ਅਲੱਗ-ਅਲੱਗ ਨੇ, ਸਟਰਕਚਰ ਸੇਮ ਹੁੰਦੀ ਹੈ, ਉਹ ਹੋਮੋਲੋਗਸ। ਜੋ ਦਿਖਦੇ ਸੇਮ ਨੇ ਪਰ ਉਹਨਾਂ ਦੀ ਸਟਰਕਚਰ ਅਲੱਗ-ਅਲੱਗ ਹੁੰਦੀ ਹੈ, ਉਹ ਕਿਹੜੇ ਹੁੰਦੇ ਨੇ, ਐਨਾਲੋਗਸ ਹੁੰਦੇ ਨੇ। ਕਲੀਅਰ। ਨੈਕਸਟ ਅਗਰ ਮੈਂ ਗੱਲ ਕਰਾਂ ਲਾਸਟ ਦੀ, ਉਹ ਕੀ ਆ ਆਪਣਾ ਫੋਸਿਲਸ। ਦੇਖੋ ਫੋਸਿਲਸ ਕੀ ਹੁੰਦੇ ਨੇ, ਫੋਸਿਲਸ ਆਰ ਦ ਰਿਮੇਨ ਆਫ ਇੰਸੀਐਂਟ ਪਲਾਂਟ, ਜੋ ਪੁਰਾਣੇ ਪਲਾਂਟ ਸੀ ਅਤੇ ਐਨੀਮਲ ਸੀ, ਜਿਨ੍ਹਾਂ ਤੋਂ ਆਪਾਂ ਨੂੰ ਐਵੀਡੈਂਸ ਮਿਲਦਾ, ਮਤਲਬ ਸਬੂਤ ਮਿਲਦਾ ਇਵੈਲੂਏਸ਼ਨ ਦਾ, ਇਵੈਲੂਏਸ਼ਨ ਹੋਈ ਸੀ। ਦੇਖੋ ਉਹਨਾਂ ਨੂੰ ਆਪਾਂ ਕੀ ਬੋਲ ਦਿੰਦੇ ਹਾਂ, ਫੋਸਿਲਸ ਬੋਲ ਦਿੰਦੇ ਹਾਂ। ਕਲੀਅਰ ਹੋਇਆ। ਫੋਸਿਲਸ ਦਾ ਤੁਹਾਨੂੰ ਵੈਸੇ ਵੀ ਵਰਡ ਪਤਾ ਹੋਏਗਾ ਕੀ ਹੁੰਦਾ, ਜੋ ਪੁਰਾਣੇ ਸਮੇਂ ਦੇ ਵਿੱਚ ਪਲਾਂਟ ਸੀ, ਐਨੀਮਲ ਸੀ, ਜਿਨ੍ਹਾਂ ਤੋਂ ਆਪਾਂ ਨੂੰ ਇਵੈਲੂਏਸ਼ਨ ਦਾ, ਅਲੱਗ-ਅਲੱਗ ਔਰਗੇਨਿਜ਼ਮਸ ਦੀ ਕ੍ਰੀਏਸ਼ਨ ਦਾ ਆਪਾਂ ਨੂੰ ਸਬੂਤ ਮਿਲਦਾ, ਉਸ ਨੂੰ ਕੀ ਬੋਲਦੇ ਨੇ, ਫੋਸਿਲਸ ਬੋਲਦੇ ਨੇ। ਕਲੀਅਰ। ਇਹ ਬਾਇਓ ਦੀ ਟਰਮ ਵਾਲਾ ਫੋਸਿਲਸ ਹੈ, ਕੈਮਿਸਟਰੀ ਵਾਲਾ ਫੋਸਿਲਸ ਨਹੀਂ ਹੈ। ਕਲੀਅਰ ਹੋਇਆ। ਆਈ ਹੋਪ ਤੁਹਾਨੂੰ ਇਹ ਸਮਝ ਆ ਚੁੱਕੀਆਂ ਨੇ ਟਰਮਸ, ਅਤੇ ਅੱਜ ਦਾ ਟੌਪਿਕ ਵੀ ਤੁਹਾਨੂੰ ਕਲੀਅਰ ਹੋ ਚੁੱਕਿਆ। ਅਗਰ ਤੁਹਾਨੂੰ ਕੋਈ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗਦੀ ਹੈ ਤਾਂ ਪਲੀਜ਼ ਸ਼ੇਅਰ ਕਰੋ ਵੀਡੀਓ ਨੂੰ ਮੈਕਸੀਮਮ ਟੂ ਮੈਕਸੀਮਮ। ਅਗਰ ਤੁਸੀਂ ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ। ਥੈਂਕ ਯੂ। ਕੀਪ ਸਪੋਰਟਿੰਗ